ਮੁੜ ਜਥੇਦਾਰ ਸਾਹਿਬ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ। ਨਿਊਜ਼ 18 ਤੇ ਬੋਲੇ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ। ਕਿਹਾ 8 ਜਨਵਰੀ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮਿਲਿਆ ਹੈ, ਮੁਲਾਕਾਤ ਦਾ ਸਮਾਂ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਤੇ ਜਥੇਦਾਰ ਦੀ ਅਕਾਲੀ ਦਲ ਨੂੰ ਦੋ ਟੋਕ। ਕਿਹਾ ਫਸੀਲ ਤੋਂ ਸੁਣਾਈ ਫੈਸਲੇ ਜਲਦ ਕੀਤੇ ਜਾਣ ਲਾਗੂ, ਕੋਈ ਆਨਾਕਾਨੀ ਨਾ ਕਰੇ ਅਕਾਲੀ ਦਲ। ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਦੇ ਉੱਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੁਖਬੀਰ ਸਿੰਘ ਬਾਦਲ। ਕਿਹਾ ਮਸਲਾ ਖਤਮ ਕਰਨ ਦੇ ਲਈ ਮੈਂ ਆਪਣੀ ਝੋਲੀ ਦੇ ਵਿੱਚ ਪਵਾਏ ਸਾਰੇ ਇਲਜ਼ਾਮ, ਸਾਨੂੰ ਝੂਠੇ ਇਲਜ਼ਾਮ ਲਗਾ ਕੇ ਕੀਤਾ ਜਾ ਰਿਹਾ ਬਦਨਾਮ। ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਦੇ ਨਾਲ ਕੀਤੀ ਮੁਲਾਕਾਤ। ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਕੀਤੀ ਅਪੀਲ। ਤਾਂ ਡੱਲੇਵਾਲ ਬੋਲੇ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਕਰੇ ਹੱਲ। ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਮਿਤ ਸ਼ਾਹ ਤੋਂ ਮੰਗ। ਕਿਹਾ ਇੰਦਰਾ ਗਾਂਧੀ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਦਿੱਲੀ ਏਅਰਪੋਰਟ ਦਾ ਨਾਮ। सत श्री अकाल, नमस्कार, गौरव शुक्ला मैं हाँ तुहाडे नाल ते हाज़र हाँ फर्क तां पैंदा है लैके। फर्क तां पैंदे दे विच जिक्र करांगे उस हाई पावर कमेटी दा जो पहुंच गई खनौरी बॉर्डर दे उत्ते। एक कमेटी बनाई गई सुप्रीम कोर्ट दे वल्लों। इस कमेटी दे वल्लों की गलबात हुई है, डल्लेवाल ने उन्हां नूं की कहा है, अज दी पेशकश दे विच दस्सांगे। ते जिक्र पिछले 24 घंटियां दे विच जो दो वीडियोज़ वायरल हो रही ने उस दी भी करांगे। एक बच्चे नूं थप्पड़ मारन दी ते दूजी वीडियो आंडियां दी लुट दी। खैर नाल ही जिक्र होएगा एक प्लॉट दा। एक खाली प्लॉट दे विच देर रात लोकां ने कुछ उत्थे लोग पहुंचे जिन्हां ने एक कबर नूं खोदिया। फिर अगले दिन पुलिस ने उस कबर नूं वापस खुदवाया। तां की निकलिया ये पूरी खबर भी दसांगे तुहानूं थोड़ी देर दे विच। पर अज शुरुआत करन जा रहे हैं सब तो पहला गल श्रोमणी अकाली दल दी। श्रोमणी अकाली दल दे उत्ते जथेदार साहब तलख नजर आए ने। दो टुक लहजे दे विच कहा ते इस विचाले जथेदार साहब दे नाल मुलाकात करेगा श्रोमणी अकाली दल दा वफद बुधवार दे दिन। न्यूज़ 18 दे उत्ते श्रोमणी अकाली दल दे मुख बुलारे दे वल्लों ये बयान दिता गया। साडी प्राइम डिबेट दे विच प्राइम टाइम दे दौरान अर्शदीप कलेर ने कहा कि 8 जनवरी नूं मुलाकात हो सकती है, सानूं मिलण दा समा मिलिआ। एक जथा एक वफद श्रोमणी अकाली दल दे आगूआं दा मुलाकात करन दे लई पहुंचेगा। जथेदार श्री अकाल तख्त साहब दे नाल मुलाकात करन दे लई ज्ञानी रघबीर सिंह दे नाल मुलाकात होवेगी और जथेदार ने मिलण दा समा दिता है। कानूनी पक्षां दे बारे जानकारी दित्ती जावेगी। दरअसल जिहड़े फसील तो फैसले दिते गए सन, आदेश दिते गए सी 2 दसंबर नूं, ਉਹ ਹੁਣ ਤੱਕ ਇੰਪਲੀਮੈਂਟ ਨਾ ਕਰਨ ਦੇ ਉੱਤੇ, ਲਾਗੂ ਨਾ ਕਰਨ ਦੇ ਉੱਤੇ ਜਥੇਦਾਰ ਸਾਹਿਬ ਨੇ ਦੋ ਟੁਕ ਸੁਣਾ ਦਿੱਤੀ ਕਿ ਆਨਾਕਾਨੀ ਨਾ ਕਰੋ, ਜਿਹੜੇ ਫੈਸਲੇ ਨੇ ਤੁਹਾਨੂੰ ਲਾਗੂ ਕਰਨੇ ਹੋਣਗੇ। ਯਾਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਹੋਵੇਗੀ ਇਸ ਵਫਦ ਦੀ। ਇਸ ਵਫਦ ਦੇ ਵਿੱਚ ਕੌਣ-ਕੌਣ ਉੱਥੇ ਜਾਂਦਾ ਉਹ ਦੇਖਣਾ ਹੋਏਗਾ। ਹਾਲਾਂਕਿ ਇਹ ਕਿਆਸ ਜ਼ਰੂਰ ਨਹੀਂ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਜਾਂ ਦੂਜੇ ਪਾਸੇ ਡਾਕਟਰ ਚੀਮਾ ਉਹ ਹੋਣਗੇ। ਤੇ ਇਸ ਦੇ ਨਾਲ ਹੀ ਕਿਉਂਕਿ ਕਾਨੂੰਨੀ ਪੱਖ ਦਾ ਪੂਰਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਾਨੂੰਨੀ ਅੜਿੱਕਾ ਹੈ ਕਿ ਜੇਕਰ ਕਮੇਟੀ ਬਣਾ ਦਿੱਤੀ ਜਾਂਦੀ ਹੈ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਤੇ ਦੂਜੇ ਪਾਸੇ ਅਸਤੀਫਿਆਂ ਨੂੰ ਲੈ ਕੇ ਪਿਕਚਰ ਕਲੀਅਰ ਨਹੀਂ, ਤੇ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਕਿ ਕਾਨੂੰਨੀ ਪੱਖ ਵੀ ਦੱਸਿਆ ਜਾਏਗਾ ਕਿ ਜਥੇਦਾਰ ਸਾਹਿਬ ਨੂੰ ਤਾਂ ਹੋ ਸਕਦਾ ਕਿ ਕੋਈ ਜਿਹੜੇ ਅਕਾਲੀ ਦਲ ਦੇ ਵਿੱਚ ਸੀਨੀਅਰ ਵਕੀਲ ਨੇ ਉਹਨਾਂ ਨੂੰ ਵੀ ਇਸ ਵਫਦ ਦੇ ਵਿੱਚ ਰੱਖਿਆ ਜਾਵੇ। ਬੁੱਧਵਾਰ ਨੂੰ ਦੇਖਣਾ ਹੋਏਗਾ ਕਿ ਆਖਿਰ ਕੌਣ-ਕੌਣ ਉੱਥੇ ਜਾਂਦਾ। ਜਿੱਥੇ ਤੱਕ ਗੱਲ ਰਹੀ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ, ਸ਼੍ਰੋਮਣੀ ਅਕਾਲੀ ਦਲ ਸੀਸ ਨਵਾਉਂਦਾ ਤਖਤ ਸਾਹਿਬ ਦੇ ਅੱਗੇ ਬਤੌਰ ਸਿੱਖ ਵੀ, ਬਤੌਰ ਪੋਲੀਟੀਕਲ ਪਾਰਟੀ ਵੀ। ਪਰ ਜਿੱਥੇ ਆ ਕੇ ਕੋਈ ਕਾਨੂੰਨੀ ਪ੍ਰਕਿਰਿਆ, ਕੋਈ ਅੜਿਚਨ ਹੈ, ਇਹ ਸਾਡਾ ਫਰਜ਼ ਨਹੀਂ ਕਰ ਪਾਏ ਨਾ। ਤੁਸੀਂ ਲਗਾਤਾਰ ਮੁਲਾਕਾਤਾਂ ਕਰ ਰਹੇ ਹੋ ਪਰ ਤੁਸੀਂ ਕਨਵਿੰਸ ਨਹੀਂ ਕਰ ਪਾਏ ਜਥੇਦਾਰ ਸਾਹਿਬ। 23 ਤਰੀਕ ਨੂੰ ਜੇ ਤੁਸੀਂ ਕਨਵਿੰਸ ਕਰ ਲਿਆ ਹੁੰਦਾ ਤਾਂ ਜਥੇਦਾਰ ਸਾਹਿਬ ਬਾਹਰ ਆ ਕੇ ਸਟੇਟਮੈਂਟ ਕਿਉਂ ਦਿੰਦੇ? ਦੇਖੋ ਉਹ ਕੋਈ ਨਾ ਕੋਈ ਤੁਹਾਨੂੰ ਵਿਚਾਲੇ ਦਾ ਰਾਹ ਦੇ ਦਿੰਦੇ। ਅੱਜ ਮੈਂ ਕਲੀਅਰ ਕਰ ਦਿਆਂ ਕਿ ਜਥੇਦਾਰ ਸਾਹਿਬ ਅੱਜ ਗੁਰਪੁਰਬ ਦੀ ਵਧਾਈ ਦੇਣ ਆਏ ਸੀ। ਜੀ ਜਥੇਦਾਰ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ। ਜਥੇਦਾਰ ਸਾਹਿਬ ਨੇ ਉਸ ਸਵਾਲ ਦੇ ਦੌਰਾਨ ਇਹ ਜਿਹੜੀਆਂ ਗੱਲਾਂ ਕਹੀਆਂ ਨੇ। ਇਸ ਤੋਂ ਪਹਿਲਾਂ 23 ਤਰੀਕ ਨੂੰ ਵੀ ਜੋ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਹੈ, ਜਥੇਦਾਰ ਸਾਹਿਬ ਨੇ ਬੜੇ ਧਿਆਨ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਸੁਣਿਆ। ਬੜੇ ਧਿਆਨ ਦੇ ਨਾਲ ਜੋ ਅਸੀਂ ਉਹਨਾਂ ਨੂੰ ਲਿਖਤੀ ਦੇ ਪੱਤਰ ਦਿੱਤੇ ਨੇ ਉਹ ਪੜ੍ਹੇ ਨੇ। ਹੁਣ 8 ਤਰੀਕ ਦਾ ਫਿਰ ਜਿਹੜਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦਿੱਤਾ ਗਿਆ, ਠੀਕ ਹੈ, ਅਸੀਂ ਜਥੇਦਾਰ ਸਾਹਿਬ ਨੂੰ ਫੇਰ ਮਿਲਾਂਗੇ। ਇਹ 'ਚ ਦਿੱਕਤ ਕੀ ਹੈ ਗੌਰਵ ਜੀ? ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਨੇ। ਤਾਂ 8 ਤਰੀਕ ਦੀ ਮੁਲਾਕਾਤ ਦੇ ਵਿੱਚ ਕੀ ਕੁਝ ਹੁੰਦਾ ਉਹ ਦੇਖਣਾ ਹੋਏਗਾ। ਪਰ ਜਦੋਂ ਨਾਰਾਜ਼ਗੀ ਦੇ ਵਿਚਾਲੇ ਮੁਲਾਕਾਤ ਦੇ ਲਈ ਸਮਾਂ ਮੰਗਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਦੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੁਣ ਤੱਕ ਪ੍ਰਵਾਨ ਨਾ ਕਰਨ ਦੇ ਉੱਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਨਾਰਾਜ਼ਗੀ ਜਤਾਈ। ਜਥੇਦਾਰ ਨੇ ਅਕਾਲੀ ਦਲ ਨੂੰ ਦੋ ਟੁਕ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਫਸੀਲ ਤੋਂ ਸੁਣਾਏ ਗਏ ਫੈਸਲੇ ਨੂੰ ਲਾਗੂ ਕਰਨ ਅਤੇ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਮਨਜ਼ੂਰ ਕਰਨ।
ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਹੈ ਕਿ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਕੋਈ ਆਨਾਕਾਨੀ ਨਹੀਂ ਕਰਨੀ ਚਾਹੀਦੀ, ਉਹਨੂੰ ਲਾਗੂ ਕਰਨਾ ਚਾਹੀਦਾ। ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਦੇ ਉੱਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਐਸਜੀਪੀਸੀ ਨੂੰ ਜਥੇਦਾਰਾਂ ਦੀ ਜਾਂਚ ਦਾ ਅਧਿਕਾਰ ਨਹੀਂ ਹੈ, ਮਾਮਲਾ ਅਕਾਲ ਤਖ਼ਤ ਨੂੰ ਸੌਂਪਿਆ ਜਾਵੇ। ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ 44 ਕਮੇਟੀ ਬਣਾਈ ਗਈ ਸੀ। ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਧਿਕਾਰ ਹੈ, ਉਹਨੂੰ ਉਹ ਜਿਹੜੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ। ਕਾਬਲੇ ਗੌਰ ਹੈ ਕਿ ਸੁਖਬੀਰ ਬਾਦਲ ਨੇ 16 ਨਵੰਬਰ ਨੂੰ ਅਸਤੀਫਾ ਦਿੱਤਾ ਸੀ। 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਅਤੇ ਅਕਾਲੀ ਦਲ ਨੂੰ ਉਹਨਾਂ ਦੇ ਕੋਲ ਪਹੁੰਚੇ ਅਸਤੀਫਿਆਂ ਨੂੰ ਪ੍ਰਵਾਨ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਉਹ ਅਸਤੀਫੇ ਹੁਣ ਤੱਕ ਪ੍ਰਵਾਨ ਨਹੀਂ ਹੋਏ। ਉਹਨਾਂ ਦੇ ਸਭ ਤੋਂ ਅਹਿਮ ਅਸਤੀਫਾ ਹੈ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੇ ਉੱਤੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਤੇ ਉਸ ਦੇ ਉੱਤੇ ਕੀ ਫੈਸਲਾ ਹੁੰਦਾ ਹੈ ਜਾਂ ਫਿਰ ਬੁੱਧਵਾਰ ਨੂੰ ਕੀ ਆਪਣਾ ਪੱਖ ਰੱਖਦੇ ਨੇ ਅਕਾਲੀ ਦਲ ਦੇ ਨੁਮਾਇੰਦੇ, ਉਹ ਦੇਖਣਾ ਹੋਏਗਾ। ਉਧਰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਮੁਕਤਸਰ ਦੇ ਵਿੱਚ। ਮੌਕਾ ਸੀ ਲਾਮਬੰਦ ਕਰਨ ਦਾ ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਦੇ ਲਈ ਬਰਕਰਾਰ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਵਿਵਾਦ ਖਤਮ ਕਰਨ ਦੇ ਲਈ ਸਾਰੇ ਇਲਜ਼ਾਮ ਆਪਣੀ ਝੋਲੀ ਦੇ ਵਿੱਚ ਪਵਾ ਲਏ। ਬੋਲੀ ਗਏ ਸਿਆਸਤ ਖੇਡੀ ਗਏ, ਲੋਕੀ ਖੇਡੀ ਗਏ। ਮੈਂ ਤਾਂ ਫੈਸਲਾ ਕਰ ਲਿਆ ਸੀ, ਮੈਂ ਕਿਹਾ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਓ। ਸੁਖਬੀਰ ਬਾਦਲ ਨੇ ਬਿਨਾਂ ਨਾਮ ਲਏ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਤੇ ਵੀ ਨਿਸ਼ਾਨਾ ਸਾਧਿਆ। 16 ਸਾਲ ਬਾਦਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾਂ ਕੱਟੀਆਂ, ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ। ਮੈਨੂੰ ਤਾਂ ਡਰ ਹੈ ਕਿ ਹੋਰ ਨਾ ਕੋਈ ਆ ਜਾਏ ਝੂਠ ਬੋਲਣ ਵਾਲਾ, ਇਮੋਸ਼ਨਲ ਕਰਕੇ ਹੁਣ ਦੇਖ ਲਓ ਆ ਜਿਹੜਾ ਫਰੀਦਕੋਟ ਦਾ ਬਣਿਆ MP ਬਣਿਆ, ਕਿਤੇ ਲੱਭਿਆ ਉਹਦੇ ਬਾਅਦ। ਸੁਖਬੀਰ ਬਾਦਲ ਮੁੜ ਤੋਂ ਸਿਆਸੀ ਤੌਰ ਤੇ ਐਕਟਿਵ ਹੋ ਚੁੱਕੇ ਨੇ। ਮਾਗੀ ਮੇਲੇ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਮੁਕਤਸਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਨੇ ਰੋਜ਼ੀ ਬਰਕੰਦੀ ਦੇ ਘਰ ਦੇ ਉੱਤੇ ਇਹ ਮੀਟਿੰਗ ਸੱਦੀ ਸੀ। ਤਾਂ ਕਾਬਲੇ ਗੌਰ ਹੈ ਕਿ 14 ਤਰੀਕ ਨੂੰ ਇਹ ਜਿਹੜੀ ਮਾਗੀ ਮੇਲੇ ਦੇ ਮੌਕੇ ਦੇ ਉੱਤੇ ਸਿਆਸੀ ਕਾਨਫਰੰਸ ਹੋਣੀ ਹੈ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਨਜ਼ਰ ਆਉਣਗੇ, ਸੰਬੋਧਨ ਵੀ ਕਰਨਗੇ ਔਰ ਅਕਾਲੀ ਦਲ ਪੂਰਾ ਜ਼ੋਰ ਇਸ ਰੈਲੀ ਨੂੰ ਜਾਂ ਸਿਆਸੀ ਕਾਨਫਰੰਸ ਨੂੰ ਕਾਮਯਾਬ ਬਣਾਉਣ ਦੇ ਵਿੱਚ ਲਗਾ ਰਿਹਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ 에ਅਰਪੋਰਟ ਦੀ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲਣ ਦੀ ਮੰਗ ਇੱਕ ਵਾਰ ਮੁੜ ਤੋਂ ਉੱਠੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਅਸੀਂ ਜਿਸ ਵਕਤ ਦਿੱਲੀ ਦੀ ਧਰਤੀ ਦੇ ਉੱਤੇ ਆਉਂਦੇ ਆ, ਸਾਨੂੰ ਉਸ ਸ਼ਖਸੀਅਤ ਦੇ ਨਾਮ ਦੇ ਉੱਤੇ ਪੈਰ ਰੱਖਣਾ ਪੈਂਦਾ, ਉਸ 에ਅਰਪੋਰਟ ਦੇ ਉੱਤੇ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਕਰਨ ਵਾਲੀ ਜੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ, ਉਹਦਾ ਨਾਮ ਬਦਲਿਆ ਜਾਏ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੇ ਉੱਤੇ ਨਵਾਂ ਜਿਹੜਾ 에ਅਰਪੋਰਟ ਬਣ ਰਿਹਾ ਉਹ ਜ਼ਰੂਰ ਕੀਤਾ ਜਾਏ, ਕਿਉਂਕਿ ਇਹ ਬਹੁਤ ਵੱਡੀ ਮੰਗ ਅੱਜ ਸਿੱਖਾਂ ਦੀ ਹੈ। ਦਰਅਸਲ ਗੁਰਪੁਰਬ ਦੇ ਮੌਕੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਰਕਾਬਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਪਹੁੰਚੇ ਸੀ, ਜਿੱਥੇ ਉਹ ਨਤਮਸਤਕ ਹੋਏ ਤੇ ਆਸ਼ੀਰਵਾਦ ਲਿਆ। और अमित शाह पहुंचे सन गुरुद्वारा रकाबगंज साहब। और काबिले गौर है कि दिल्ली की धरती 9वीं पातशाही गुरु तेग बहादुर जी के चरण स्पर्श धरती है, क्योंकि गुरुद्वारा सीसगंज साहब दे विच उन्हां नूं शहीद किया गया। गुरुद्वारा रकाबगंज साहब जिथे सुशोभित है उत्थे उन्हां दा अंतिम संस्कार किया गया। ਹੁਣ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ 에ਅਰਪੋਰਟ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ। ਇਹ ਸਵਾਲ ਹੈ ਕਿ ਭਾਰਤ ਦੇ ਵਿੱਚ ਗਾਂਧੀ ਪਰਿਵਾਰ ਦੇ ਨਾਮ ਦੇ ਉੱਤੇ ਕਿੰਨੇ 에ਅਰਪੋਰਟ ਨੇ? ਪੂਰੇ ਦੇਸ਼ ਦੇ ਵਿੱਚ ਗਾਂਧੀ ਪਰਿਵਾਰ ਦੇ ਨਾਮ ਦੇ ਉੱਤੇ ਕਿੰਨੇ 에ਅਰਪੋਰਟ ਨੇ? 4 ਆਪਸ਼ਨਸ ਤੁਹਾਡੇ ਸਾਹਮਣੇ ਨੇ, 2 에ਅਰਪੋਰਟ, 5, 8 ਜਾਂ 12। ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਤੁਹਾਨੂੰ ਦੱਸਾਂਗੇ। ਕਾਬਲੇ ਗੌਰ ਹੈ ਕਿ ਇੱਕ 에ਅਰਪੋਰਟ ਤਾਂ ਕਲੀਅਰ ਹੈ, ਜਿਹੜਾ ਦਿੱਲੀ ਵਾਲਾ। ਤੁਸੀਂ ਵੀ ਸ਼ਾਇਦ ਉਸ 에ਅਰਪੋਰਟ ਤੋਂ ਕਿਸੇ ਥਾਂ ਦੇ ਲਈ ਫਲਾਈਟ ਲਈ ਹੋਵੇ। ਦਿੱਲੀ ਵਾਲੇ 에ਅਰਪੋਰਟ ਦਾ ਨਾਮ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ। ਤਾਂ ਇਸ ਤਰੀਕੇ ਦੇ ਕਿੰਨੇ 에ਅਰਪੋਰਟ ਨੇ ਜਿਨ੍ਹਾਂ ਦੇ ਨਾਮ ਦੇ ਵਿੱਚ ਗਾਂਧੀ ਪਰਿਵਾਰ ਦਾ ਜ਼ਿਕਰ? ਔਰ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬੀਜੇਪੀ ਦੇ ਘੱਟ ਗਿਣਤੀ ਮੋਰਚੇ ਦੇ ਕੌਮੀ ਪ੍ਰਧਾਨ ਜਮਾਲ ਸਦੀਕੀ ਨੇ ਇੰਡੀਆ ਗੇਟ ਦਾ ਨਾਮ ਬਦਲਣ ਦੀ ਮੰਗ ਰੱਖੀ। ਬੀਜੇਪੀ ਆਗੂ ਇੰਡੀਆ ਗੇਟ ਦਾ ਨਾਮ ਭਾਰਤ ਮਾਤਾ ਦੁਆਰ ਕਰਨ ਦੀ ਮੰਗ ਕਰ ਰਹੇ ਨੇ। ਜਮਾਲ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਇੱਕ ਚਿੱਠੀ ਲਿਖੀ, ਜਿਸ ਦੇ ਵਿੱਚ ਕਿਹਾ ਕਿ ਨਾਮ ਬਦਲਣਾ ਦੇਸ਼ ਦੇ 10,000 शहीद जवानों ਨੂੰ सच्ची श्रद्धांजलि होगी। मोदी से मांग की है कि जो इंडिया गेट है ये सिर्फ स्मारक नहीं है, ये भारतीय संस्कृति और भारत के 140 करोड़ भारत बहनों का एक पहचान है, जो दुनिया में भारत की पहचान कराती है। और वो पहचान हमारे नाम से होना चाहिए, जो हमारा अपना नाम है
वो भारत माता द्वार अगर हो जाता है तो एक अच्छा संदेश आएगा। ਇੰਡੀਆ ਗੇਟ ਰਾਜਧਾਨੀ ਦਿੱਲੀ ਦੇ ਵਿੱਚ ਬਣਿਆ ਵਾਰ ਮੈਮੋਰੀਅਲ ਹੈ। ਇਸ ਨੂੰ ਫਰਸਟ ਵਰਲਡ ਵਾਰ ਅਤੇ ਅਫਗਾਨ ਯੁੱਧ ਦੇ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਦੇ ਵਿੱਚ ਬਣਾਇਆ ਗਿਆ। 1914 ਤੋਂ 1921 ਦੇ ਦੌਰਾਨ ਹੋਈ ਪਹਿਲੀ ਵਰਲਡ ਵਾਰ ਅਤੇ ਤੀਜੇ ਅਫਗਾਨ ਯੁੱਧ ਦੇ ਵਿੱਚ 70,000 ਤੋਂ ਜ਼ਿਆਦਾ ਭਾਰਤੀ ਫੌਜੀ ਸ਼ਹੀਦ ਹੋਏ ਸਨ। ਇੰਡੀਆ ਗੇਟ ਦੇ ਉੱਤੇ 13,516 ਫੌਜੀਆਂ ਦੇ ਨਾਮ ਲਿਖੇ ਹੋਏ ਨੇ, ਉਹਨਾਂ ਵਿੱਚੋਂ ਕਈ ਬ੍ਰਿਟਿਸ਼ ਭਾਰਤੀ ਫੌਜੀ ਸਨ। ਖੈਰ ਦੇਸ਼ ਦੇ ਵਿੱਚ ਨਾਮ ਬਦਲਣ ਦਾ ਜ਼ਿਕਰ ਬਹੁਤ ਹੋ ਰਿਹਾ ਹੈ। 에ਅਰਪੋਰਟ ਤੋਂ ਲੈ ਕੇ ਕਈ ਸ਼ਹਿਰਾਂ ਦੇ ਆਲਰੇਡੀ ਨਾਮ ਬਦਲੇ ਜਾ ਚੁੱਕੇ ਨੇ ਔਰ ਇਸ ਸਭ ਦੇ ਵਿਚਾਲੇ ਇਹ ਵੀ ਮੰਗ ਹੋ ਰਹੀ ਹੈ ਕਿ ਇੰਡੀਆ ਗੇਟ ਦਾ ਨਾਮ ਬਦਲ ਦਿਓ। ਖੈਰ ਜਦੋਂ ਨਾਮ ਬਦਲਣ ਦੇ ਉੱਤੇ ਵੀ ਸਿਆਸਤ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਵਿੱਚ ਨਕਸਲੀਆਂ ਨੇ ਜਵਾਨਾਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ। ਹਮਲੇ ਦੇ ਵਿੱਚ ਦੰਤੇਵਾੜਾ ਡੀਆਰਜੀ ਦੇ ਇੱਕ ਡਰਾਈਵਰ ਸਣੇ ਨੌਜਵਾਨ ਸ਼ਹੀਦ ਹੋ ਗਏ। ਡੀਆਰਜੀ ਦੇ ਜਵਾਨ ਬੀਜਾਪੁਰ ਤੋਂ ਸੰਯੁਕਤ ਆਪਰੇਸ਼ਨ ਪਾਰਟੀ ਆਪਰੇਸ਼ਨ ਪੂਰਾ ਕਰਕੇ ਵਾਪਸ ਆ ਰਹੀ ਸੀ। ਤਕਰੀਬਨ 2:15 ਵਜੇ ਬੀਜਾਪੁਰ ਹੈੱਡਕੁਆਰਟਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਅੰਬੇਲੀ ਪਿੰਡ ਦੇ ਕੋਲ ਨਕਸਲੀਆਂ ਨੇ आईडी ब्लास्ट किया। विगत 3 दिन से नक्सलवादी अभियान संचालित की जा रही थी। इस अभियान के दौरान कुल 5 माओवादियों की डेड बॉडी भी सुरक्षा बल द्वारा रिकवर की गई थी और एक जवान का हमारा शहादत भी हो गए थे। तत्पश्चात जो पूरा सर्चिंग के बाद टीम वापस आ रहा था, इस दौरान जिला बीजापुर की थाना बेदरे एवं कुट्टू के बीच अंबेली के इलाके में माओवादी द्वारा लाया गया। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੜਕ ਦੇ ਉੱਤੇ ਤਕਰੀਬਨ 10 ਫੁੱਟ ਡੂੰਘਾ ਖੱਡਾ ਹੋ ਗਿਆ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦੇ ਕੁਝ ਪਾਰਟਸ 30 ਫੁੱਟ ਦੂਰ ਇੱਕ ਪੇੜ ਤੇ 25 ਫੁੱਟ ऊंचाई ਤੇ ਵੀ ਮਿਲੇ। ऐसा नहीं है, आप ओवरऑल देखेंगे तो बहुत कम कैजुअलिटी अपने जवानों का है। ऐसा पहले नहीं होता था, पहले दोनों तरफ से कैजुअलिटी होती थी, लेकिन अब सैनिकों की बहुत कम कैजुअलिटी हो रही है। ਸ਼ਨੀਵਾਰ ਦੇਰ ਰਾਤ ਅਬੂਜ ਮਾੜ ਦੇ ਜੰਗਲ ਦੇ ਵਿੱਚ ਮੁੱਠਭੇੜ ਦੇ ਵਿੱਚ ਇੱਕ ਡੀਆਰਜੀ ਜਵਾਨ ਪ੍ਰਧਾਨ ਆਰਕਸ਼ਕ ਸੰਨੂ ਕਾਰਮ ਸ਼ਹੀਦ ਹੋਏ ਸਨ। ਉੱਥੇ ਜਵਾਨਾਂ ਨੇ ਇੱਕ ਮਹਿਲਾ ਨਕਸਲੀ ਸਣੇ 5 ਮਾਓਵਾਦੀਆਂ ਨੂੰ ਵੀ ਮਾਰ ਡਿਗਾਇਆ ਸੀ। ਕਿਹੜੇ ਮਸਲੇ ਦਾ ਹੱਲ ਕਿਵੇਂ ਹੋਏਗਾ ਜੋ ਨਕਸਲੀਆਂ ਦੇ ਵੱਲੋਂ ਚੁੱਕਿਆ ਜਾਂਦਾ ਹੈ, ਉਹ ਵੀ ਇੱਕ ਵੱਡਾ ਸਵਾਲ ਹੈ। ਪਰ ਜਦੋਂ ਇਸ ਤਰੀਕੇ ਨਾਲ ਖਬਰ ਸਾਹਮਣੇ ਆਵੇ ਕਿ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਨੇ ਔਰ ਮੁੱਦਾ ਸੁਲਝ ਨਹੀਂ ਰਿਹਾ, ਫਿਰ ਫਰਕ ਤਾਂ ਪੈਂਦਾ ਹੈ। ਉਹਨਾਂ ਨੂੰ ਪਰਿਵਾਰਾਂ ਨੂੰ ਜਿਨ੍ਹਾਂ ਦੇ ਜਾਂ ਤਾਂ ਜਵਾਨ ਜਾਂ ਪੁੱਤ ਚਲੇ ਗਏ ਇਸ ਦੁਨੀਆ ਤੋਂ ਜਾਂ ਫਿਰ ਜਿਨ੍ਹਾਂ ਦੇ ਤੈਨਾਤ ਨੇ ਇਹਨਾਂ ਇਲਾਕਿਆਂ ਦੇ ਵਿੱਚ ਜੋ ਨਕਸਲ ਪ੍ਰਭਾਵਿਤ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਵਾਇਰਸ ਦੀ। ਚੀਨ ਦੇ ਵਿੱਚ ਫੈਲੇ HMP ਵਾਇਰਸ ਨੇ ਭਾਰਤ ਦੇ ਵਿੱਚ ਵੀ ਦਸਤਕ ਦਿੱਤੀ ਅਤੇ ਕਰੋਨਾ ਵਰਗੇ ਇਸ ਭਿਆਨਕ ਵਾਇਰਸ ਦਾ ਤੀਜਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ਤੋਂ ਸਾਹਮਣੇ ਆਇਆ, ਜਿੱਥੇ ਵਾਇਰਸ ਨੇ 2 ਮਹੀਨੇ ਦੇ ਇੱਕ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ। ਜਾਣਕਾਰੀ ਦੇ ਮੁਤਾਬਿਕ ਅਹਿਮਦਾਬਾਦ ਦੇ ਵਿੱਚ 2 ਮਹੀਨੇ ਦੇ ਬੱਚੇ ਨੂੰ ਤਬੀਅਤ ਖਰਾਬ ਹੋਣ ਦੇ ਉੱਤੇ 15 ਦਿਨ ਪਹਿਲਾਂ ਹਸਪੀਟਲ 'ਚ ਐਡਮਿਟ ਕਰਵਾਇਆ ਗਿਆ ਸੀ। ਮਾਸੂਮ ਨੂੰ ਸਰਦੀ ਅਤੇ ਤੇਜ਼ ਬੁਖਾਰ ਸੀ। ਹਾਲਤ ਇੰਨੀ ਗੰਭੀਰ ਸੀ ਕਿ ਸ਼ੁਰੂਆਤੀ 5 ਦਿਨ ਉਸ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ, ਜਿਸ ਤੋਂ ਬਾਅਦ ਹੋਈਆਂ ਜਾਂਚਾਂ ਦੇ ਵਿੱਚ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲੱਗਿਆ। आई रिपोर्ट्स पर स्वास्थ्य मंत्रालय ने इंडियन काउंसिल फॉर मेडिकल रिसर्च के साथ और नेशनल सेंटर फॉर डिजीज कंट्रोल के साथ और वर्ल्ड हेल्थ ऑर्गेनाइजेशन के साथ चीन सहित पड़ोसी देशों में स्थिति पर कड़ी निगरानी रखी हुई है। WHO ने भी स्थिति का संज्ञान लिया है। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰਨਾਟਕ ਦੇ ਵਿੱਚ ਇੱਕ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦਾ ਬੱਚਾ ਵਾਇਰਸ ਦੇ ਨਾਲ ਇਨਫੈਕਟਡ ਹੋ ਗਿਆ ਸੀ। ਕਰਨਾਟਕ ਦੇ ਦੋਵੇਂ ਕੇਸ ਦੇ ਬਾਰੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੱਚੇ ਰੂਟੀਨ ਜਾਂਚ ਦੇ ਲਈ ਹਸਪਤਾਲ ਪਹੁੰਚੇ ਸਨ, ਜਿੱਥੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ। ਦੱਸ ਦਈਏ ਕਿ HMP ਵਾਇਰਸ ਦੇ ਨਾਲ ਇਨਫੈਕਸ਼ਨ ਹੋਣ ਤੇ ਮਰੀਜ਼ਾਂ ਦੇ ਵਿੱਚ ਸਰਦੀ ਅਤੇ ਕੋਵਿਡ ਵਰਗੇ ਲੱਛਣ ਦਿਖਾਈ ਦਿੰਦੇ ਨੇ ਅਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ ਦੇ ਉੱਤੇ ਦੇਖਿਆ ਜਾ ਰਿਹਾ ਹੈ ਔਰ ਉਹ ਵੀ ਖਾਸ ਤੌਰ ਤੇ 2 ਸਾਲ ਤੋਂ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ। ਪਰ ਕਾਬਲੇ ਗੌਰ ਇਹ ਹੈ ਕਿ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਵਾਇਰਸ ਬੱਚਿਆਂ ਨੂੰ ਇੰਪੈਕਟ ਕਰ ਰਿਹਾ ਸੁਣ ਕੇ ਹੀ ਕਈ ਵਾਰ ਮਾਪੇ ਘਬਰਾਉਂਦੇ ਨੇ। ਬਿਲਕੁਲ ਸਿੰਪਲ ਜਿਵੇਂ ਸਿੰਪਟਮਸ ਆਉਂਦੇ ਨੇ ਉਸ ਤਰੀਕੇ ਨਾਲ ਇਹ ਸਿੰਪਟਮਸ ਆ ਰਹੇ ਨੇ ਔਰ ਕਿਊਰੇਬਲ ਹੈ, ਯਾਨੀ ਕਿ ਇਸ ਦਾ ਇਲਾਜ ਸੰਭਵ ਹੈ ਜੇਕਰ ਕੋਈ ਇਨਫੈਕਟਡ ਵੀ ਪਾਇਆ ਜਾਂਦਾ ਹੁਣ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਮਲਟੀ ਸਟੋਰੀ ਬਿਲਡਿੰਗ ਡਿੱਗ ਗਈ ਔਰ ਉਸ ਬਿਲਡਿੰਗ ਦੇ ਡਿੱਗਣ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ। ਵੀਡੀਓ ਦੇ ਵਿੱਚ ਇੱਕਦਮ ਠੀਕ ਖੜੀ ਦਿਖਾਈ ਦੇ ਰਹੀ ਮਲਟੀ ਸਟੋਰੀ ਬਿਲਡਿੰਗ ਕੁਝ ਹੀ ਪਲਾਂ ਦੇ ਵਿੱਚ ਢਹਿ ਢੇਰੀ ਹੋ ਗਈ ਅਤੇ ਪੂਰਾ ਇਲਾਕਾ ਧੂੜ ਦੇ ਗੁਬਾਰ ਦੇ ਨਾਲ ਢਕਿਆ ਗਿਆ। ਕਿਸ ਤਰ੍ਹਾਂ ਦਾ ਹਾਲ ਇਸ ਵੇਲੇ
ਜਿਹੜੀ ਦੂਜੀ ਬਿਲਡਿੰਗ ਹੈ ਉਸ ਦਾ ਹੈ। ਹਾਲਾਂਕਿ ਇਸ ਬਿਲਡਿੰਗ ਨੂੰ ਵੀ ਅਨਸੇਫ ਕਰਕੇ ਪੂਰੀ ਬਿਲਡਿੰਗ ਖਾਲੀ ਕਰਾ ਦਿੱਤੀ ਗਈ ਸੀ ਔਰ ਪੂਰੀ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕੀਤਾ ਗਿਆ। ਕਾਰਨ ਕੀ ਹੈ, ਇਹ 3 ਫਲੋਰ ਨੇ, ਗਰਾਊਂਡ ਫਰਸਟ ਸੈਕਿੰਡ ਥਰਡ, ਇਹ ਪੂਰੇ 3 ਫਲੋਰ ਨੇ ਜਿਹੜੀ ਬਿਲਕੁਲ ਨਾਲ ਵਾਲੀ ਬਿਲਡਿੰਗ ਹੈ। ਹਾਲਾਂਕਿ ਇੱਕ ਬਿਲਡਿੰਗ ਤਾਂ ਗਿਰ ਚੁੱਕੀ ਹੈ, ਉਹ ਢਹਿ ਚੁੱਕੀ ਹੈ, ਲੇਕਿਨ ਦੂਜੇ ਪਾਸੇ ਜਿਹੜੀ ਦੂਜੀ ਬਿਲਡਿੰਗ ਹੈ ਉਹ ਕਿਤੇ ਨਾ ਕਿਤੇ ਕਾਫੀ ਅਨਸੇਫ। ਜਾਣਕਾਰੀ ਦੇ ਮੁਤਾਬਿਕ ਇਹ ਬਿਲਡਿੰਗ ਪਿਛਲੇ ਕਾਫੀ ਸਮੇਂ ਤੋਂ ਖਾਲੀ ਸੀ ਅਤੇ ਇਸ ਨੂੰ ਮੁੜ ਨਵੇਂ ਸਿਰੇ ਤੋਂ ਬਣਾਉਣਾ ਸੀ, ਪਰ ਕੁਝ ਸਮਾਂ ਪਹਿਲਾਂ ਇਸ ਦੇ ਵਿੱਚ ਤਰੇੜਾਂ ਆ ਗਈਆਂ, ਜਿਸ ਤੋਂ ਬਾਅਦ ਅਲਰਟ ਦੀ ਵਜ੍ਹਾ ਨਾਲ ਇਸ ਨੂੰ ਖਾਲੀ ਵੀ ਕਰਵਾ ਦਿੱਤਾ ਗਿਆ ਸੀ। ਕਾਫੀ ਸਭ ਤੋਂ ਪੁਰਾਣੀ ਬਿਲਡਿੰਗਸ ਤੇ ਇਹ ਵਿੱਚ ਇਹ ਮਹਿਫਿਲ ਬਿਲਡਿੰਗ ਸੀ ਔਰ ਕਈ ਵਾਰੀ ਪਹਿਲਾਂ ਇਹ ਮਹਿਫਿਲ ਹੋਟਲ ਸੀ, ਉਸ ਤੋਂ ਬਾਅਦ ਇਹ ਰੈਂਟ ਤੇ ਦਿੱਤਾ ਗਿਆ, ਉਸ ਤੋਂ ਬਾਅਦ ਪੂਰੇ ਨੇੜੇ ਤੇੜੇ ਜਿਹੜੇ ਬਿਲਡਿੰਗਸ ਨੇ, ਸ਼ੋਰੂਮਸ ਨੇ ਔਰ ਇਹ ਸਭ ਤੋਂ ਪੁਰਾਣੀ ਬਿਲਡਿੰਗ ਦੇ ਵਿੱਚ ਇੱਕ ਬਿਲਡਿੰਗ ਹੈ ਜਿੱਥੇ ਇਹ ਬਿਲਕੁਲ ਕਾਰਨਰ ਤੇ ਬਿਲਡਿੰਗ ਸੀ ਜਿੱਥੇ ਡੀਸੀ ਆਫਿਸ ਜਾਂਦੀ ਸੀ। ਰਾਹਤ ਦੀ ਗੱਲ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹਾਲਾਂਕਿ ਇਸ ਦੇ ਨੇੜੇ ਦੀ ਬਿਲਡਿੰਗ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ। ਦੱਸ ਦਈਏ ਕਿ ਇਸ ਦੇ ਕੋਲ ਹੀ ਡੀਸੀ ਆਫਿਸ ਅਤੇ ਕਈ ਨਾਮੀ ਸ਼ੋਰੂਮ ਨੇ। ਅਜਿਹੇ 'ਚ ਰੈਗੂਲਰ ਆਰਟਸ ਦੇ ਵਿੱਚ ਜੇਕਰ ਹਾਦਸਾ ਹੁੰਦਾ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਔਰ ਕਿਉਂਕਿ ਇਸ ਤਰੀਕੇ ਦਾ ਹਾਦਸਾ ਅਸੀਂ ਆਲਰੇਡੀ ਕੁਝ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਦੇਖਿਆ ਹੈ, ਜਿੱਥੇ ਨਾਲ ਦੀ ਬਿਲਡਿੰਗ ਦੇ ਵਿੱਚ ਖੁਦਾਈ ਹੋ ਰਹੀ ਸੀ ਔਰ ਫਿਰ ਇੱਕ ਇਮਾਰਤ ਡਿੱਗ ਗਈ ਔਰ ਉਸ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ। ਪਰ ਰਾਹਤ ਦੀ ਗੱਲ ਹੈ ਕਿ ਚੰਡੀਗੜ੍ਹ ਵਾਲੇ ਹਾਦਸੇ ਦੇ ਵਿੱਚ ਅਜਿਹਾ ਕੁਝ ਘਟਨਾਕ੍ਰਮ ਨਹੀਂ ਵਾਪਰਿਆ। ਉਧਰ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜਿਹੜੀ ਇਮਾਰਤ ਡਿੱਗੀ ਹੈ ਉਹ ਜੁਲਾਈ ਮਹੀਨੇ ਦੇ ਵਿੱਚ ਹੀ ਵਿਕੀ ਸੀ, ਜਾਂ ਜਿਸ ਸ਼ਖਸ ਦੀ ਮੌਜੂਦਾ ਸਮੇਂ ਸੀ ਉਸਨੇ ਕੁਝ ਮਹੀਨੇ ਪਹਿਲਾਂ ਜੁਲਾਈ ਦੇ ਵਿੱਚ ਇਸ ਇਮਾਰਤ ਨੂੰ ਖਰੀਦਿਆ। ਬਿਲਡਿੰਗ ਦੇ ਮਾਲਕ ਨੇ ਬਿਲਡਿੰਗ ਇੱਕ ਵੱਡੀ ਜੁਐਲਰ ਕੰਪਨੀ ਨੂੰ ਨਵੰਬਰ ਦੇ ਵਿੱਚ ਰੈਂਟ ਦੇ ਉੱਤੇ ਦਿੱਤੀ। 15 ਨਵੰਬਰ ਨੂੰ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋਇਆ ਤੇ ਫਿਰ 30 ਦਸੰਬਰ ਨੂੰ ਫੋਨ ਆਇਆ ਕਿ ਬਿਲਡਿੰਗ ਹਿਲ ਰਹੀ ਹੈ। उन्होंने इसकी जानकारी प्रशासन को दी तो पूरी बिल्डिंग को सील कर दिया गया। उन्होंने 15-16 तारीख के करीब काम शुरू किया इसमें और उन्होंने रेनोवेशन करनी थी, ज्वेलरी स्टोर बनाना था ग्राउंड बेसमेंट फर्स्ट फ्लोर पे। तो उन्होंने काम चल रहा था वो 30 तारीख को रात को 8-8:30 बजे हमारे पास फ़ोन आया किसी का, पड़ोसी का, भाई आपकी बिल्डिंग गिरने वाली है, इसमें वाइब्रेशन हुई है। ओके हाँ, तो हम वहाँ मौके पहुँचे और हमने 100 नंबर पर फ़ोन करके पुलिस को इतला। आपने खुद ही बुलाया? हमने खुद ही फोन किया था। इमारत के मालक की मनीए तां उसने जदों बिल्डिंग खरीदी सी तां पिलर दे विच कोई तरेड़ नहीं सी, पर जदों ज्वेलरी कंपनी ने रेनोवेशन का काम शुरू किया दिक्कत उस समय आई। सारी सफाई करवाई है बिल्डिंग की, उसमें सफेदी करवाई। ऐसा लूज पुल था, कुछ दरारें या कुछ पिलर वगैरह? कुछ नहीं था। 30 तारीख को जब उन्होंने आवाज ये शोर मचाया बिल्डिंग गिरने वाली है, तो 4 पिलर में क्रैक थे हल्के हल्के। कंपनी के मालिक के मुताबिक उसका करीब 50 करोड़ का नुकसान होया है और जेकर वो दोबारा कंस्ट्रक्शन भी करवाता है तो घट्टो घट्ट 2 साल लगणगे। इस विचाले उसनूं किराए का भी नुकसान झलना पवेगा।